25 तारीख ਨੂੰ ਜਿਵੇਂ ਡੱਲੇਵਾਲ ਸਾਹਿਬ ਨੇ ਦੱਸਿਆ, ਅਸੀਂ 4 ਸੱਜਣਾਂ ਨੇ ਬੈਠ ਕੇ ਸਰ ਸਰਵਣ ਸਿੰਘ ਪੰਧੇਰ ਤੇ ਉਹਨਾਂ ਦੇ ਇੱਕ ਹੋਰ ਸਾਥੀ ਸਾਡੇ ਕੋਲ ਆਏ। ਇੱਥੇ ਬੈਠ ਕੇ ਅਸੀਂ ਇੱਕ ਲੰਗਰ ਤੇ ਇੱਕ ਟੈਂਟ ਵਿੱਚ ਬੈਠ ਕੇ ਘੰਟਾ 1.5 ਘੰਟਾ ਉਹਨਾਂ ਦੇ ਤਰਲੇ ਕੱਢਿਓ। ਨਾ ਉਹ ਭਰਾਓ ਬਹੁਤ ਵੱਡਾ ਪਾਪ ਹੈ, ਨਾ ਪਾਪ ਕਰਿਓ, ਇਹ ਕਿਸਾਨੀ ਦਾ ਵਿਸ਼ਵਾਸ ਟੁੱਟ ਜਾਏਗਾ, ਇਹ ਗਲਤੀ ਨਾ ਕਰੋ। ਉਹਨਾਂ ਨੂੰ ਇਹ ਵੀ ਕਿਹਾ ਚਲੋ ਜੇ ਤੁਹਾਡਾ ਪਲਾਨ ਠੀਕ ਹੈ ਸਾਨੂੰ ਸਮਝਾ ਲਓ, ਇਹ ਸ਼ਾਂਤਮਈ ਰਹੇਗਾ। ਜੇ ਤੁਹਾਡੇ ਪਲਾਨ ਨਾਲ ਇਹ ਕਾਨੂੰਨ ਵਾਪਸ ਹੋ ਸਕਦੇ ਹੈ, ਸਾਨੂੰ ਸਮਝਾ ਲਓ, ਸੋਚ ਸਮਝ ਕੇ ਅੱਗੇ ਵਧੀਏ। ਕੋਈ ਜਵਾਬ ਨਹੀਂ ਸੀ, ਪੁੱਠੀਆਂ ਸਿੱਧੀਆਂ ਗੱਲਾਂ ਕਰਦੇ ਰਹੇ। ਮੈਨੂੰ ਗੁੱਸਾ ਆਇਆ ਜਦੋਂ ਮੈਂ ਸਖਤੀ ਨਾਲ ਕਿਹਾ, ਉਹ ਇਹ ਕਹਿ ਕੇ ਉੱਠ ਗਏ ਠੀਕ ਹੈ ਜੀ ਪ੍ਰਧਾਨ ਜੀ ਫਿਰ ਅਸੀਂ ਵਿਚਾਰ ਲੈਨੇ। ਅਸੀਂ ਚੌਕਸ ਸੀ। ਰਾਤ ਨੂੰ 10 ਵਜੇ ਦਿੱਲੀ ਪੁਲਿਸ ਦੇ ਸੀਨੀਅਰ ਅਧਿਕਾਰੀ ਉਹਨਾਂ ਦੇ ਕੈਂਪ 'ਚ ਆਉਂਦੇ ਨੇ। ਕਿਸ ਕੰਮ ਲਈ ਰਾਤ ਨੂੰ 10 ਵਜੇ ਪੁਲਿਸ ਦੇ ਸੀਨੀਅਰ ਅਧਿਕਾਰੀ ਪੰਜਾਬ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਲੀਡਰਾਂ ਕੋਲ ਆਉਂਦੇ ਆ। ਇੱਥੇ ਸਾਰਾ ਪਲਾਨ ਤੈਅ ਕਰਕੇ ਗਏ ਆ। ਅਸੀਂ ਐਲਾਨ ਕੀਤਾ ਸੀ ਵੀ ਅਸੀਂ ਇੱਥੇ ਸਵੇਰੇ 8 ਵਜੇ ਲੀਡਰ ਇਕੱਠੇ ਹੋਣਗੇ, ਇਹਦੀ ਪਲੈਨਿੰਗ ਕਰਾਂਗੇ, 10 ਵਜੇ ਇੱਥੋਂ ਸਾਡਾ ਕਾਫਲਾ ਚੱਲੇਗਾ। ਉਹਨਾਂ ਨੂੰ 7 ਵਜੇ ਹੀ ਇੱਥੋਂ ਕੱਢ ਕੇ ਸਾਡੇ ਅੱਗੇ ਲਾ ਦਿੱਤਾ ਗਿਆ। ਔਰ ਕਮਾਲ ਇਹ ਹੋਈ, ਜਦੋਂ ਅਸੀਂ ਜਾ ਰਹੇ ਸੀ ਸਾਨੂੰ 4 ਕਿਲੋਮੀਟਰ ਪਿੱਛੇ ਡਾਕਟਰ ਦਰਸ਼ਨਪਾਲ ਨੇ ਫੋਨ ਕਰਕੇ ਕੀਤਾ ਵੀ ਆਓ ਛੇਤੀ, ਪੁਲਿਸ ਨੇ ਆਪਣੇ ਬੰਦਿਆਂ ਨੂੰ ਆਪਣੇ ਰੂਟ ਤੇ ਚੱਲਣ ਤੋਂ ਰੋਕ ਦਿੱਤਾ ਹੋਇਆ, ਆਪਣੇ ਬੰਦਿਆਂ ਨੂੰ ਰੂਟ ਤੇ ਵਧਣ ਨਹੀਂ ਦਿੰਦੇ, ਅੱਗੇ ਰਿੰਗ ਰੋਡ ਵੱਲ ਨੂੰ ਧੱਕੇ ਨਾਲ ਤੋੜ ਰਹੇ ਨੇ। ਅਸੀਂ ਉੱਥੇ ਪਹੁੰਚੇ, ਬਹੁਤ ਵੱਡਾ ਕਾਫਲਾ ਉੱਥੇ ਟਰੈਕਟਰਾਂ ਦਾ ਘੇਰਿਆ ਹੋਇਆ ਸੀ। ਅਸੀਂ ਬਹੁਤ ਕੋਸ਼ਿਸ਼ ਕੀਤੀ ਵੀ ਸਾਰੇ ਟਰੈਕਟਰ ਆਪਣੇ ਰੂਟ ਤੇ ਮੁੜ ਜਾਣ। ਉੱਥੋਂ ਮੋੜ ਅਸੀਂ ਬਿਲਕੁਲ ਰਿੰਗ ਰੋਡ ਦੇ ਉਰਲੇ ਪਾਸੇ ਸੱਜੇ ਹੱਥ ਟਰਾਂਸਪੋਰਟ ਨਗਰ ਨੂੰ ਮੁੜਨਾ ਸੀ। ਅਸੀਂ ਇਹ ਰੂਟ ਜਦੋਂ ਬਣਾਏ ਸੀ, ਅਸੀਂ ਜਿਹੜੇ ਸੱਜਣ ਗਏ ਸੀ ਉਦੋਂ ਮੀਟਿੰਗ ਕਰਨ ਪੁਲਿਸ ਨਾਲ, ਉਹਨਾਂ ਨੂੰ ਇੱਕ ਗੱਲ ਕਹੀ ਸੀ ਵੀ ਦੇਖਿਓ ਰੂਟ ਉਹ ਬਣਾਇਓ ਜਿੱਥੇ ਲੋਕਾਂ ਦਾ ਬਹੁਤਾ ਸੰਘਣੀ ਵਸੋਂ ਹੋਵੇ ਤਾਂ ਕਿ ਲੋਕ ਇਹ ਪਰੇਡ ਨੂੰ ਦੇਖ ਸਕਣ। ਸੜਕਾਂ ਤੇ ਭਜਾਉਣਾ, ਕੱਲਾ ਸੜਕਾਂ ਤੇ ਜਿੱਥੇ ਕੋਈ ਦੇਖੇ ਹੀ ਨਾ, ਉਹ ਕੋਈ ਪਰੇਡ ਨਹੀਂ। ਸਾਡੇ ਰੂਟ ਤੇ ਬੜੇ ਬੜੇ ਪਿੰਡ ਸੀ, ਬਹੁਤ ਬੜੇ ਬੜੇ ਸ਼ਹਿਰਾਂ ਵਰਗੇ ਪਿੰਡ ਸੀ, ਆਪਣੇ ਸ਼ਹਿਰਾਂ ਵਰਗੇ ਸੰਘਣੀ ਆਬਾਦੀ ਸੀ। ਔਰ ਲੋਕਾਂ ਨੇ ਇੰਨੇ ਉਤਸ਼ਾਹ ਨਾਲ ਤੁਹਾਡੇ ਸਵਾਗਤ ਲਈ ਗੇਟ ਬਣਾਏ ਹੋਏ ਸੀ, ਕਿਤੇ ਲੰਗਰ ਲਾਏ ਹੋਏ ਸੀ, ਕਿਤੇ ਮਿਠਾਈ ਦੇ ਢੇਰ ਲਾਏ ਹੋਏ ਸੀ ਤੁਹਾਡੇ ਲਈ। ਉਸ ਰੂਟ ਤੇ ਜਦੋਂ ਅਸੀਂ ਉੱਥੋਂ ਮੁੜਨ ਲੱਗੇ, ਇਹਨਾਂ ਨੇ ਸਾਡੇ ਟਰੈਕਟਰਾਂ ਨੂੰ ਰੋਕਿਆ ਔਰ ਉੱਥੇ ਕੁਝ ਸੱਜਣ ਜਿਹੜੇ ਗਿਣੀ ਮਿਥੀ ਸਾਜ਼ਿਸ਼ ਅਧੀਨ ਉੱਥੇ ਖੜਾਏ ਹੋਏ ਸੀ, ਉਹ ਮੈਨੂੰ ਵੀ ਬੁਰਾ ਭਲਾ ਬੋਲਣ ਲੱਗੇ। ਮੈਨੂੰ ਮੇਰੇ ਸਾਥੀਆਂ ਨੇ ਫੜ ਕੇ ਧੱਕੇ ਨਾਲ ਕਾਰ 'ਚ ਵਾੜਤਾ ਵੀ ਤੁਸੀਂ ਬਾਹਰ ਨਾ ਨਿਕਲੋ, ਜੇ ਤੁਹਾਡੀ ਬੇਇੱਜ਼ਤੀ ਹੋਗੀ ਸਾਰਿਆਂ ਦੀ ਹੋ ਜਾਏਗੀ। ਮੈਨੂੰ ਧੱਕੇ ਨਾਲ ਕਾਰ 'ਚ ਵਾੜਤਾ। ਮੈਂ ਕਹਿ ਰਿਹਾ ਸੀ ਉਹ ਮੈਂ ਇਹਨਾਂ ਤੋਂ ਨਹੀਂ ਡਰਦਾ, ਮੈਨੂੰ ਆਪਣੇ ਲੋਕਾਂ ਨੂੰ ਬਚਾ ਲੈਣ ਦਿਓ। ਅਸੀਂ 1 ਘੰਟਾ ਉੱਥੇ ਖੜੇ, ਫਿਰ ਧੱਕ ਕੇ 200 ਗਜ ਅੱਗੇ ਮੈਨੂੰ ਮੇਰੀ ਕਾਰ ਲੈ ਗਏ। ਉੱਥੇ ਸਾਰੇ ਮੇਰੇ ਪਿੱਛੇ ਆ ਕੇ ਖੜੇ ਹੋ ਗਏ। ਫਿਰ ਉਤੋਂ ਕਿਹਾ ਵੀ ਨਹੀਂ ਚੱਲੀਏ, ਉੱਥੇ ਹੀ ਲੋਕੀ ਉੱਥੇ ਖੜੇ ਨੇ, ਕੋਈ ਨੁਕਸਾਨ ਹੋ ਜਾਏਗਾ। ਕਿਸੇ ਦਾ ਧੀ ਪੁੱਤ ਮਰਵਾ ਕੇ ਅਸੀਂ ਲੀਡਰੀ ਚਮਕਾਉਣ ਨਹੀਂ ਆਏ। ਫਿਰ ਉਹੀ ਹਾਲਤ, ਪੁਲਿਸ ਨੇ ਸਾਡੇ ਅੱਗੇ ਬੈਰੀਕੇਡ ਲਾਤਾ, ਦਿੱਲੀ ਵੱਲ ਨੂੰ ਸਿੱਧਾ, ਕਹਿੰਦੇ ਉਧਰ ਨੂੰ ਜਿੰਨੇ ਮਰਜ਼ੀ ਚਲੇ ਜਾਓ, ਲਾਲ ਕਿਲੇ ਚਲੇ ਜਾਓ, ਕੋਈ ਰੁਕਾਵਟ ਨਹੀਂ ਸੀ। ਰਾਤ ਨੂੰ ਜਦੋਂ ਸਾਰੀ ਸਮੀਖਿਆ ਕੀਤੀ ਤਾਂ ਪਤਾ ਲੱਗਿਆ ਟੀਕਰੀ ਬਾਰਡਰ ਤੇ ਵੀ ਇਹੀ ਕੁਝ ਹੋਇਆ। ਸਾਡੇ ਰੂਟ ਦੇ ਉੱਤੇ ਰੁਕਾਵਟ ਖੜੀ ਕਰਨ ਦੀ ਕੋਸ਼ਿਸ਼ ਕੀਤੀ। ਹਰਿਆਣੇ ਤੋਂ 100-150 ਨੌਜਵਾਨ ਤੇ ਕੋਈ 50-60 ਸਾਡੇ ਵੀ, ਉਹਨਾਂ ਨੇ ਕਿਹਾ ਵੀ ਅਸੀਂ ਤਾਂ ਜੀ ਸਿੱਧੇ ਜਾਣਾ, ਜਿੱਦਾਂ ਦੀ ਪਲੈਨਿੰਗ ਸੀ ਉਹ ਧੱਕੇ ਨਾਲ ਸਿੱਧੇ ਚਲੇ ਗਏ। ਉਹਨਾਂ ਨੂੰ ਰੋਕਿਆ ਨਹੀਂ ਕਿਸੇ ਨੇ ਤੇ ਸਾਡੇ ਵਾਲਿਆਂ ਨੂੰ ਰੋਕਿਆ ਗਿਆ।
उत्थे भी बैरीकेड लाए गए। आ ਜਿਹੜੇ उत्तराखंड वाले उत्थे गए ने, जिन्हें मुंडे ने लाल किले ते झंडा लहराया है, वो गाजीपुर बॉर्डर तो टोटल बंद करके ਜਿਹੜਾ ਤੁਹਾਡਾ रूट सी ਉਹਨੂੰ मुकम्मल बंद करके सारे किसानों ਨੂੰ जबरी दिल्ली ਦੇ ਵਿੱਚ ਭੇਜਿਆ ਗਿਆ। और कमाल ਦੀ ਗੱਲ है, मैं ना नहीं लेना, कुछ चैनल ने ਜਿਹੜੇ ਚੰਗਾ ਕੰਮ भी कर रहे हैं। एक चैनल ने सवाल किया सरकार ते, तुसी कह रहे हो इन्होंने प्रचार शुरू करता, उदों ही किसान मोर्चे की लीडरशिप तो बागी हो गए किसान। जिन्नी देर झंडा नहीं लहराया उन्नी देर यह प्रचार होंदा रहा। किसान लीडरशिप तो बागी हो गए, उन्होंने हथ च कुछ नहीं रहा। उस तो बाद जदों उत्थे लाल किले पहुंचे, वो चैनल कहता भी 1000 बंदा उत्थे पहला ही किवें लाल किले दे अंदर वड़िया सी। इन्हां दे जाण तो पहला ही 1000 बंदा कित्थों आया सी। 150 बंदा जाता है, पुलिस वाले 26 जनवरी का दिन होवे, लाल किले की सारी चौकी उतों बाहर निकल के भज जाए, ये की माने। 4 घंटे उत्थे कोई पुलिस का मुलाजिम नहीं आया, उन्होंने खुली छुट्टी दी गई भी जो तुहाडा दिल करदा करो। उन्होंने उत्थे झंडा लहरा दिता। ये सिर्फ ते सिर्फ तुहानू खालिस्तानी अतवादी और सिर्फ पंजाब दे सिखां दा ते हिंदुआं दा खेल बनाउण दी कोशिश की गई। मैनू बहुत ज्यादा दुख है भी सरकारां कदे इदां दे घिनौणे काम नहीं करिया करदियां। सरकारां नू अपने देश की चिंता हुंदी है। राती प्रशासन वालों कुछ सानू लोग कहण भी सरकार कहती है जी बहुत बदनामी हो गई, जदों कल नू सारी दुनिया विच ये मैसेज जाएगा, ये खबर जाएगी किसानों ने गुस्से च लाल किले ते झंडा लहराता। लाल किले ते आज़ादी तो पहला अंग्रेजों का झंडा हुंदा सी, उहते बाद साडा कौमी झंडा हुंदा है। ये देश की बहुत बदनामी और देश की बेइज्जती हुई है। तो मैं क्या उन्होंने पूछो ये करवाई किने है, ये पिछे कौन है। असीं तां शरेआम ऐलान किया सी भी आ रूट तुसीं सानूं दे दिते 5, इन्हां रूटां ते असीं किसानां दी परेड करांगे और तुसीं साँभ नहीं सकोगे। असीं तां 48 घंटे कहंदे सी, पर सानूं पता सी इन्ने ट्रैक्टर आ गए सी भी 72 घंटे लगातार ट्रैक्टर चली जाने सी। असीं बड़े वड्डी पੱਧਰ ਦੇ प्रबंध कीते सी, एंबूलेंसां दा प्रबंध कीता सी, मोबाइल वर्कशापां दा प्रबंध कीता सी, लंगरां दा प्रबंध कीता सी। सानू पता सी साडा परिवार किड्डा वड्डा है और नाल ये प्रबंध कीता सी, सारिआं नूं कहा सी भी आके आ जिहड़ी KMP है इहदे उत्ते सारिआं ने बैठ जाना है। सरकार नूं ये भी खतरा मंडराउंदा सी भी जे उत्थे बह गए तां दिल्ली एक तरह नाल बाहरों घेरी जाऊ। ਉਹ नहीं सी चाहुंदे भी असीं उत्थे भी बैठीए। असीं कहा सी भरावो आए हो एडी दूरों ट्रैक्टर लैके वापस नहीं जाना। असीं चाहते सी जिद्दण पार्लीमेंट का सैशन होना उदों तक इन्ना दबाव खड़ा कर दिए, इन्हां नूं मजबूरन वापस मुड़ना पे, कानून वापस लेने पैण। ये सारी गल सरकार नूं पता सी, इसलिए जान बुझ के ये बड़ी तेजी नाल इस साजिश नूं अंजाम दिता गया। मैं समझदा अकाल पुरख का, मैं अज भी मेरी धारणा है, ये अंदोलन असीं नहीं चला रहे, उपरले दी कोई रहमत है। अकाल पुरख का कोई घटनाक्रम है, ओदी पता नहीं की उन्हें कीता है, सारी दुनिया के मनां विच वसा दिता। मेरा रात का ते अज सवेर का टैलीफोन बंद नहीं होया। विदेशों चों मैं थोड़ा दूर सी, विदेशों चों टैलीफोन आउंदे ने, लोकी कहंदे ने तकड़े रहो। सारा पंजाब, सारा देश, विदेशों च बैठे थोड़े भैन भरा सारे थोड़े नाल ने, गद्दार नंगे हो गए। हर पासे ये हौसला मिल रहा है। डरते तो असीं हाँ नहीं, कदे डरे नहीं, डरना सीखिया नहीं। पै काहू को देतना ना मैं ना पैमान मानत आन। असी डरने वाली कौम तो हाँ ही नहीं। संघर्ष करते रहांगे, बंद नहीं होएगा। असी उदों कहता भी सानू अपने भाईचारे के सिर ते मान है, असी वापस नहीं जावांगे, इत्थे ही बैठांगे।
और जिन्नी देर तक कानून वापस नहीं होंगे उदों तक इत्थे ही बैठ के संघर्ष करते रहांगे। पर एक गल सानू ये भी ध्यान रखना चाहिए, पता होना चाहिए, जदों इहो जिहा माहौल बना दिता गया जिवें 26 जनवरी नूं असीं देश की सरकार उत्ते लाल किले उत्ते हमला करना होवे, इदां दा प्रचार किया गया भई दिल्ली फतेह करके आउणी है। फिर जिहड़ा साडा नौजवान वर्ग है उन्हां दा उत्तेजित होना कुदरती है। ये ठंडे दिमाग वाले लोगों का काम है भी वो ठंडे दिमाग नाल सोचण समझण भी जिहड़ी तुसीं गल कहंदे हो इहदा साडी पीढ़ी ते साडे बच्चों ते साडे नौजवानों ते की असर होएगा। जिहड़े जोश विच होश गवा बैठे ने उन्हां ते की असर होएगा। ये सोचण तो बिना कुछ लोगों ने एडा वड्डा प्रचार किया जिवें दिल्ली ते हमला करना होवे। इन्हें बलदी ते तेल पाया। जदों असीं उत्थे मैं जिस तरह दस्सिया नाके ते खड़े पुलिस नाल कहंदे रहे भी सानू साडे रूट ते चलण दिओ, सानू अगे रोक के खड़ गए और राती सारिਆਂ ने जदों दस्सिया सारे नाकिਆਂ ते यही हाल होया ते स्थिति तो स्पष्ट हो गई। हुण कोई लुक छिपी गल है? जिहड़ा सौदा होया है किन्ने च होया? पंजाब किसान मजदूर संघर्ष कमेटी के आगुआं नाल ये भी थोड़े दिनों च नंगा हो जाएगा, बाहर आ जाएगी, गल छुपी नहीं रहनी। इनू कोई हुण जदों कोई किसी चीज का बीज दे उन्हें पुंगरना है, अज नहीं तो कल बाहर निकलना है। दीप सिद्धू वर्गे लोग जिन्होंने RSS की ट्रेनिंग ली हुई है, जिहड़े बीजेपी के छुपे हुए केडर के अहम मैंबर ने जिन्हों कोई भुलिया नहीं, वो ते कुछ समाज विरोधी अंसर जिन्होंने मैं ना लैके तुसीं सारे समझते हो, मैं उन्होंने अहमियत नहीं दिंदा। पंजाब च भी लोगों को गर्म करके कि साडे मुंडियां नूं इत्थे नूं लैके आए, उन्हां लोगों ने ये सरकार दे मोहरे बन के किसानी की पिठ च छुरा मारिया। कुछ हरियाणे के लोग जदों पहली बारी साडी मीटिंग च आए, मैं तुहानूं भरावो साहब दसा बैठे ने मेरे भरा सारे इत्थे, याद करो सारे, उन्होंने मैनूं कहा तुसीं साडी अज दी मीटिंग की प्रधानगी करो। हर बारी असीं साडा एक असूल है, कोई अपने आप को छोटा ना समझे वड्डा ना समझे, असीं हर बारी एक जथेबंदी नूं कहने चल बई अज तुहाडा प्रधानगी करूं, इक्को बंदा प्रधानगी नहीं करता हमेशा। सत्कार अपने थां। असीं उस मीटिंग जदों बैठे मैनूं कहा गया तुसीं इहदी प्रधानगी करो, मैं कहा मैं इहदी प्रधानगी नहीं करनी। वो कहण करो, मैं कहा मैं नहीं करनी। कहंदे क्यों नहीं करनी? मैं कहा हरियाणे वाले बैठे ने पहला जाट अंदोलन फेल कर चुके, ये साडे अंदोलन फेल करनगे। इन्हां दे मुंडे इन्हां दे वस च नहीं, जो गंद इन्हां ने जाट अंदोलन च घोलिया साडे अंदोलन च घोलणगे, सानू ये वारा नहीं खांदा। इन्हां नूं कौन रोकू, कौन जिम्मेवारी लऊ? पहला ये सौ खाण भी ये अंदोलन विच शांतमई रहणगे, फिर मैं प्रधानगी करांगा। सारिਆਂ ने सौ खाधी। होया कि मूहरे हरियाणे वाले रहे। अज भी हरियाणे वाले जे कोई थोड़े बहुते बैठे ने उत्ते हरियाणे वाले नहीं दिल्ली दे विच घुमदे। साडे मुंडे चलो गलती की वापस आ गए। मैनूं इस गल की तसल्ली है भी शुक्र है साडे घर तां आ गए, जे उन्होंने कमल मध्या है। साडे लई संतुष्टि यही है भी साडे बच्चे बच रहे, नहीं इहो जे बघियाड़ दे अगे इन्हां कुछ अखौती आगूआं ने फसा दिते सी। जे किते असीं नाल रल जांदे तां 70 पै जाणे सी भरावो। सानूं अपनी जिम्मेवारी का पूरा एहसास है। तुहाडे बच्चे नहीं, ये साडे बच्चे ने। असीं अपनी खा पी ली हंडा लई, भविख इन्हां दा, इन्हां दे भविख दी सानूं चिंता है। आ अंदोलन का मुख जिहड़ा सानूं सामने दिंदा कारण वो इन्हां दे भविख नूं बचाउण दा है।
ਸਾਡੇ ਆਉਣ ਵਾਲੀਆਂ 2-4 ਪੀੜ੍ਹੀਆਂ ਦੇ ਭਵਿੱਖ ਨੂੰ ਬਚਾਉਣ ਦਾ ਅੰਦੋਲਨ ਹੈ। ਇਸੇ ਲਈ ਅਸੀਂ ਜ਼ੋਰ ਦਿੰਦੇ ਰਹੇ, ਤਾਕਤ ਦੇ ਜ਼ੋਰ ਨਾਲ, ਲਾਠੀ ਗੋਲੀ ਨਾਲ ਸਰਕਾਰ ਨੂੰ ਨਹੀਂ ਕੋਈ ਹਰਾ ਸਕਦਾ। ਤੁਸੀਂ ਲਾਠੀਆਂ ਚੱਕ ਲੋਗੇ, ਉਹਨਾਂ ਕੋਲ ਕਾਨੂੰਨ ਦੀ ਵਰਦੀ ਪਾਈ ਕੋਈ ਖੜੇ ਨੇ ਸਿਪਾਹੀ, ਉਹ ਤੁਹਾਡੇ ਤੇ ਜ਼ਿਆਦਾ ਲਾਠੀ ਚਾਰਜ ਕਰਨਗੇ। ਨਾ ਬਸ ਚਾਹੂ ਤੁਹਾਡੇ ਤੇ ਗੋਲੀਆਂ ਚਲਾਉਣਗੇ, ਨਾ ਬਸ ਚਾਹੂ ਤਾਂ ਫੌਜ ਲਿਆ ਕੇ ਤੁਹਾਡੇ ਤੇ ਤੋਪਾਂ ਨਾਲ ਤੁਹਾਨੂੰ ਤਬਾਹ ਕਰ ਦੇਣਗੇ। ਔਰ ਅਸੀਂ ਪੰਜਾਬ ਵਾਲੇ ਤਾਂ ਭੋਗ ਚੁੱਕੇ ਹਾਂ। ਸਾਰਾ ਪੰਜਾਬ ਕੈਦ ਕਰਕੇ ਕੀ ਕੁਝ ਹੋਇਆ ਸਾਡੇ ਨਾਲ 84 ਚ। ਪੰਜਾਬ ਦਾ ਕੋਈ ਬੱਚਾ ਨਹੀਂ ਚਾਹੁੰਦਾ ਵੀ ਦੁਬਾਰਾ ਉਹ ਕੁਝ ਹੋਵੇ। ਜਿਹੜੇ ਘਰਾਂ ਦੇ ਘਰ ਖਾਲੀ ਹੋ ਗਏ, ਜਿਹੜੇ ਉਹਨਾਂ ਦੇ ਆਂਢ ਗੁਆਂਢ ਚ ਵਸਦੇ ਨੇ, ਉਹ ਸਭ ਕੁਝ ਦੇਖਿਆ ਹੈ। ਉਹ ਤਰ੍ਹਾਂ ਕਰਦੇ ਸੀ, ਸਾਨੂੰ ਕਹਿੰਦੇ ਸੀ ਦੇਖਿਓ ਉਹ ਕੁਝ ਨਾ ਹੋ ਜੇ, ਸ਼ਾਂਤਮਈ ਅੰਦੋਲਨ ਲੜਿਓ, ਸਾਰਾ ਪੰਜਾਬ ਤੁਹਾਡੇ ਨਾਲ ਹੈ, ਸਾਰਾ ਹਿੰਦੁਸਤਾਨ ਤੁਹਾਡੇ ਨਾਲ ਹੈ। ਤੇ ਸਾਨੂੰ ਤਾਂ ਕੱਲ ਦਾ ਬੁਖਾਰ ਇਹੋ ਚੜਿਆ ਰਿਹਾ ਵੀ ਜਿਹੜੇ ਗਲਤੀ ਨਾਲ ਵੀ ਅੱਗੇ ਚਲੇ ਗਏ, ਉਹ ਰੱਬ ਦਾ ਵਾਸਤਾ ਕਿਸੇ ਤਰ੍ਹਾਂ ਵਾਪਸ ਆ ਜਾਣ। ਅਸੀਂ ਆਉਂਦੇ ਹੀ ਅਪੀਲ ਕੀਤੀ ਵੀ ਨੌਜਵਾਨੋ ਜੇ ਚਲੇ ਵੀ ਗਏ ਵਾਪਸ ਆ ਜਾਓ। ਸਾਡੇ ਸਾਥੀਆਂ ਨੂੰ ਜਿਨ੍ਹਾਂ ਦੇ ਤੁਸੀਂ ਬੱਚੇ ਹੋ, ਉਹਨਾਂ ਨੂੰ ਮਨ ਨੂੰ ਤਾਂ ਧਰਵਾਸ ਹੋਏਗੀ। ਮੈਨੂੰ ਪਤਾ ਹੈ, ਮੈਨੂੰ ਕਿੰਨੇ ਫੋਨ ਆਏ ਬਾਹਰੋਂ, ਕੋਈ ਸੰਗਰੂਰ ਤੋਂ ਕਹੇ ਜੀ ਸਾਡਾ ਸਾਰਾ ਪਰਿਵਾਰ ਆਇਆ ਹੋਇਆ, ਕੋਈ ਪਤਾ ਨਹੀਂ ਲੱਗਦਾ, ਕੋਈ ਜਲੰਧਰੋਂ ਕਹੇ ਸਾਡਾ ਪਰਿਵਾਰ ਆਇਆ, ਸਾਨੂੰ ਕੋਈ ਪਤਾ ਨਹੀਂ ਲੱਗਦਾ। ਕਿੰਨੇ ਚਿੰਤਤ ਸੀ ਉੱਥੇ ਬੈਠੇ, ਸਾਨੂੰ ਵੀ ਇਹੀ ਚਿੰਤਾ ਸੀ ਵੀ ਸਾਡਾ ਸਾਰਾ ਪਰਿਵਾਰ ਵਾਪਸ ਆ ਜਾਏ। ਤਸੱਲੀ ਹੋਈ, ਜੋ ਮਰਜ਼ੀ ਹੋਇਆ, ਇੱਥੇ ਵਾਪਸ ਆ ਗਏ, ਪੰਜਾਬ ਵਾਲੇ ਸਾਰੇ ਵਾਪਸ ਆ ਗਏ। ਏਡੀ ਵੱਡੀ ਸਾਜ਼ਿਸ਼ ਨਾਲ ਇਸ ਅੰਦੋਲਨ ਨੂੰ ਫੇਲ ਕਰਨ ਵਾਸਤੇ ਸਰਕਾਰ ਨੇ ਪੂਰੀ ਢਿੱਲ ਲਾਈ। ਤੇ ਮੈਂ ਤੁਹਾਨੂੰ ਚੌਕਸ ਕਰਦਾ, ਅਸੀਂ ਇਹ ਅੰਦੋਲਨ ਜਾਰੀ ਰੱਖਣਾ ਹੈ, ਅਸੀਂ ਇਹ ਅੰਦੋਲਨ ਜਿੱਤ ਕੇ ਜਾਣਾ ਹੈ। ਔਰ ਉਦੋਂ ਤੱਕ ਮੇਰੀ ਤੁਹਾਨੂੰ ਬੇਨਤੀ ਹੈ, ਸ਼ਾਂਤਮਈ ਰਹਿਣਾ। ਇਹ ਫਾਰਮੂਲਾ ਮੈਂ ਐਵੇਂ ਨਹੀਂ ਤੁਹਾਨੂੰ ਦਿੱਤਾ, ਸ਼ਾਂਤਮਈ ਰਹੋਗੇ ਤਾਂ ਜਿੱਤ ਕੇ ਜਾਓਗੇ, ਹਿੰਸਕ ਹੋਏਗੇ ਤਾਂ ਮੋਦੀ ਜਿੱਤੇਗਾ। ਇਹ ਤੁਸੀਂ ਫੈਸਲਾ ਕਰਨਾ। ਇੰਨੇ ਦਿਨ 2-2 ਮਹੀਨੇ ਇੱਥੇ ਧਰਤੀ ਤੇ ਹੱਡ ਰਗੜਾ ਕੇ, ਇੰਨੀ ਕੱਕਰ ਦੇ ਵਿੱਚ ਤੁਸੀਂ ਇੱਥੇ ਰਹਿ ਕੇ, ਇੰਨੀਆਂ ਮੁਸੀਬਤਾਂ ਝੱਲ ਕੇ, ਤੇ ਅਸੀਂ ਮੋਦੀ ਦੇ ਹੱਥ ਵਿੱਚ ਸਭ ਕੁਝ ਫੜਾ ਦੇਣਾ ਕਿ ਅਸੀਂ ਆਪਣਾ ਹੱਕ ਲੈ ਕੇ ਜਾਣਾ। ਦੁਨੀਆ ਦੀਆਂ ਸਰਕਾਰਾਂ, ਦੁਨੀਆ 'ਚ ਬੈਠੇ ਰਾਜਨੇਤਾ ਤੁਹਾਡੇ ਹੱਕ 'ਚ ਬੋਲਦੇ ਨੇ, ਅੱਜ ਵੀ ਉਹ ਹੱਕ 'ਚ ਬੋਲਦੇ ਨੇ। ਉਹਨਾਂ ਨੂੰ ਅੱਜ ਵੀ ਤੁਹਾਡੀ ਚਿੰਤਾ ਹੈ। ਸਰਕਾਰ ਨੂੰ ਇੰਟਰਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਨੇ ਬੁਲਾ ਕੇ ਸਰਕਾਰ ਦੇ ਨੁਮਾਇੰਦੇ ਨੂੰ ਹਦਾਇਤ ਕੀਤੀ ਹੈ ਵੀ ਜਿਹੜੇ ਸ਼ਾਂਤਮਈ ਕਿਸਾਨ ਉੱਥੇ ਬੈਠੇ ਨੇ, ਤੁਸੀਂ ਉਹਨਾਂ ਦੇ ਉੱਤੇ ਕੋਈ ਤਸ਼ੱਦਦ ਨਹੀਂ ਕਰੋਗੇ। ਤੁਹਾਨੂੰ ਕੋਈ ਅਧਿਕਾਰ ਨਹੀਂ ਉਹਨਾਂ ਦੇ ਮਨੁੱਖੀ ਹੱਕਾਂ ਦੀ ਉਲੰਘਣਾ ਕਰਨ ਦਾ। ਸਾਰੀ ਦੁਨੀਆ ਤੁਹਾਡੇ ਖਿਲਾਫ ਹੋਏਗੀ ਜੇ ਤੁਸੀਂ ਉੱਥੇ ਧਰਨੇ ਤੇ ਬੈਠੇ ਲੋਕਾਂ ਦੇ, ਸ਼ਾਂਤਮਈ ਬੈਠੇ ਲੋਕਾਂ ਦੇ ਹੱਕਾਂ ਦੇ ਉੱਤੇ ਛਾਪਾ ਮਾਰੋਗੇ, ਉਹਨਾਂ ਨਾਲ ਕੋਈ ਤਸ਼ੱਦਦ ਕਰੋਗੇ। ਏਡਾ ਵੱਡਾ ਦੁਨੀਆ ਪੱਧਰ ਦਾ ਦਬਾਅ ਹੋਵੇ ਤੇ ਉਹਨਾਂ ਨੂੰ ਫਿਰ ਹੋਰ ਕੋਈ ਤਰੀਕਾ ਲੱਭਿਆ ਨਹੀਂ। ਇੱਥੇ ਤੁਹਾਡੇ ਤੇ ਕੁਝ ਕਰ ਨਹੀਂ ਸਕਦੇ, ਦੁਨੀਆ ਭਰ ਦਾ ਦਬਾਅ ਹੈ। ਤੁਹਾਨੂੰ ਇਥੋਂ ਤੋੜ ਕੇ ਉੱਥੇ ਮੈਂ ਕੀ ਦੱਸਾਂ, ਜਦੋਂ ਉੱਥੇ ਜਾਮ ਲੱਗ ਗਿਆ ਦੂਰ ਤੱਕ ਸੜਕ ਦੇ ਦੋਨੋਂ ਪਾਸੇ, ਮੈਂ ਆਪਣੇ ਸਾਥੀਆਂ ਨੂੰ ਕਿਹਾ ਹੁਣ ਇੱਥੋਂ ਮੁੜ ਨਹੀਂ ਸਕਦੇ, ਆਪਣੇ ਬੰਦਿਆਂ ਨੂੰ ਬਚਾਓ, ਇੱਥੋਂ ਕੱਢੋ ਬਾਹਰ, ਪਿੱਛੇ ਮੁੜ ਨਹੀਂ ਸਕਦੇ ਟਰੈਕਟਰ। ਜਿੱਥੇ ਤੱਕ ਜਾਮ ਲੱਗਿਆ ਉੱਥੋਂ ਪਿੱਛੇ ਚੱਲੋ, ਉੱਥੋਂ ਕਹੀਏ ਪਿੱਛੇ ਮੁੜੋ। ਉੱਥੇ ਆ ਕੇ ਅਸੀਂ ਮੋੜਨ ਲੱਗੇ, ਮੈਂ ਹੱਥ ਜੋੜੇ ਬਹੁਤ ਸਾਰੇ ਨੌਜਵਾਨ ਬੱਚਿਆਂ ਨੂੰ ਵੀ ਪੁੱਤਰੋ ਅੱਗੇ ਹਾਲਾਤ ਖਰਾਬ ਹੋ ਗਏ, ਪਿੱਛੇ ਮੋੜੋ। ਮੁੜਨ ਲੱਗ ਪਏ ਤੇ ਕੁਝ ਉੱਥੇ ਮੇਰੇ ਵੀ ਗੱਲ ਪਏ। ਉਹਨਾਂ ਨੂੰ ਉਸ ਵੇਲੇ ਮੇਰੀ ਗੱਲ ਦੀ ਸਮਝ ਨਹੀਂ ਸੀ, ਇੱਕ ਜੋਸ਼ ਸਿਰ ਨੂੰ ਚੜਿਆ ਸੀ, ਹੋਸ਼ ਹੈ ਹੀ ਨਹੀਂ ਸੀ। ਜੇ ਕਿਤੇ ਅਸੀਂ ਥੋੜੀ ਜਿਹੀ ਵੀ ਗਲਤੀ ਕੀਤੀ ਹੁੰਦੀ ਤਾਂ ਸਾਰਾ ਹਜੂਮ ਉੱਥੇ ਚਲਾ ਜਾਂਦਾ। ਅੱਜ ਸਾਰੀ ਦੁਨੀਆ ਵਿੱਚ ਇਹ ਬਹੁਤ ਵੱਡਾ ਤਹਿਲਕਾ ਹੋਣਾ ਸੀ। ਵਾਹਿਗੁਰੂ ਦੀ ਮਿਹਰ ਹੋਈ। ਕਈ ਵਾਰੀ ਸਰੀਰ ਵਿੱਚ ਕੋਈ ਗੰਦ ਹੁੰਦਾ ਹੈ, ਉਹਨੂੰ ਫੋੜੇ ਦੇ ਰੂਪ ਵਿੱਚ ਕੁਦਰਤ ਕੱਢ ਦਿੰਦੀ ਹੈ ਬਾਹਰ। ਜੇ ਕਿਤੇ ਬਹੁਤ ਜ਼ਿਆਦਾ ਇਨਫੈਕਸ਼ਨ ਹੋ ਜਾਏ, ਡਾਕਟਰ ਦਵਾਈਆਂ ਨਾਲ ਉਹ ਇਨਫੈਕਸ਼ਨ ਖਤਮ ਕਰਦੇ ਨੇ। ਜੇ ਬਹੁਤ ਜ਼ਿਆਦਾ ਹੋਵੇ ਤਾਂ ਸੂਈ ਲਾ ਕੇ ਬਾਹਰ ਵੀ ਕੱਢਦੇ ਨੇ। ਮੈਨੂੰ ਲੱਗਦਾ ਇਹ ਗੰਦ ਸੀ ਤੁਹਾਡੇ ਵਿੱਚ, ਜਿਹੜਾ ਅਕਾਲ ਪੁਰਖ ਨੇ ਕੱਲ ਇਹ ਛੋਟੀ ਜੀ ਘਟਨਾ, ਭਾਵੇਂ ਉਹਦੀ ਅਹਿਮੀਅਤ ਕਿਤੇ ਕੌਮ ਲਈ ਬਹੁਤ ਵੱਡੀ ਹੈ, ਤੁਹਾਡੇ ਵਿੱਚੋਂ ਗੰਦ ਕੱਢਿਆ।
ਇਸੇ ਲਈ ਅਕਾਲ ਪੁਰਖ ਦੀ ਉਹ ਦੇਵੀ ਸ਼ਕਤੀ ਅੱਗੇ ਮੈਂ ਆਪਣਾ ਸਿਰ ਝੁਕਾਉਣਾ। ਉਹਨੇ ਸਾਫ਼ ਸੁਥਰਾ ਅੰਦੋਲਨ ਬਣਾ ਦਿੱਤਾ ਹੈ। ਬਹੁਤ ਸਾਰੇ ਸੱਜਣ ਨਿਰਾਸ਼ਤਾ ਵਿੱਚ ਵਾਪਸ ਭੱਜਣ ਲੱਗ ਪਏ। ਉਹਨਾਂ ਨੂੰ ਲੱਗਿਆ ਪਤਾ ਨਹੀਂ ਹੁਣ ਅੰਦੋਲਨ ਸਮਾਪਤ ਹੋ ਗਿਆ। ਮੇਰੀ ਤੁਹਾਨੂੰ ਸਾਰਿਆਂ ਨੂੰ ਅਪੀਲ ਹੈ, ਭਰਾਵੋ, ਬੇਨਤੀ ਹੈ, ਐਡੀ ਦੂਰੋਂ ਤੁਸੀਂ ਆਏ ਹੋ ਚੱਲ ਕੇ। ਮੈਂ ਜਿਹੜੀ ਪਹਿਲੇ ਦਿਨ ਤੋਂ ਬੇਨਤੀ ਕਰਦਾ, ਆਪੋ ਆਪਣੀ ਟਰਾਲੀ ਦੇ ਆਲੇ ਦੁਆਲੇ ਖਿਆਲ ਰੱਖੋ। ਜਿੰਨਾ ਤੁਹਾਡੇ ਵਲੰਟੀਅਰ ਖਿਆਲ ਰੱਖਦੇ ਨੇ, ਆਪੋ ਆਪਣਾ ਖਿਆਲ ਆਪੇ ਰੱਖੋ। ਆਪਣੇ ਖੇਮੇ ਦੇ ਵਿੱਚ ਜਿਹੜੇ ਬੰਦੇ ਨੂੰ ਤੁਸੀਂ ਜਾਣਦੇ ਨਹੀਂ ਉਹਨੂੰ ਵੜਨ ਨਾ ਦਿਓ। ਜਿਹੜੇ ਕੁਝ ਸਟੂਡੈਂਟਸ ਦੇ ਨਾਂ ਤੇ ਪੰਜਾਬ ਯੂਨੀਵਰਸਿਟੀ ਤੋਂ ਆ ਕੇ ਉਹ ਤੁਹਾਨੂੰ ਗੁੰਮਰਾਹ ਕਰਦੇ ਨੇ, ਲੀਡਰਸ਼ਿਪ ਕਮਜ਼ੋਰ ਹੈ ਜੀ, ਇਹ ਤਾਂ ਜੀ ਕੋਈ ਕਹਿੰਦਾ ਵਿਕ ਗਏ, ਇਹ ਤਾਂ ਜੀ ਹੁਣ ਤਾਂ ਇੱਕ ਦੋ ਜਥੇਬੰਦੀਆਂ ਹੀ ਰਹਿ ਗਈਆਂ ਜੀ, ਇਦਾਂ ਦੀਆਂ ਗੱਲਾਂ ਕਰਦੇ ਨੇ। ਉਹਨਾਂ ਦੀਆਂ ਗੱਲਾਂ ਅੱਗੇ ਤੋਂ ਨਹੀਂ ਸੁਣਨੀਆਂ, ਕੁਝ ਨਹੀਂ ਕਹਿਣਾ ਉਹਨਾਂ ਨੂੰ। ਜਦ ਤੁਸੀਂ 4 ਦਿਨ ਗੱਲਾਂ ਨਾ ਸੁਣੀਆਂ, ਆਪੇ ਤੋਂ ਭੱਜ ਜਾਣਗੇ। ਮੈਂ ਕੋਈ ਵੀ ਗੱਲ ਤੁਹਾਡੇ ਕੋਲੋਂ ਛੁਪਾ ਕੇ ਨਹੀਂ ਰੱਖਣੀ। ਕਿਸੇ ਨੂੰ ਗੋਡੇ ਲੱਗੇ, ਗਿੱਟੇ ਲੱਗੇ, ਮੇਰਾ ਇਹ ਧਰਮ ਹੈ ਵੀ ਮੈਂ ਆਪਣੇ ਲੋਕਾਂ ਨਾਲ ਹਰ ਗੱਲ ਹੀ ਸਾਂਝੀ ਕਰਾਂ। ਮੇਰਾ ਇਹ ਧਰਮ ਹੈ, ਜਦੋਂ ਤੱਕ ਸਾਹ ਵਗਦਾ ਹੈ ਮੈਂ ਤੁਹਾਡੇ ਅੱਗੇ ਹੋ ਕੇ ਖੜਾ ਰਹਾ, ਤੁਹਾਨੂੰ ਕੋਈ ਬਾਲ ਪਿੰਗਾ ਨਾ ਕਰ ਸਕੇ। ਮੈਂ ਸਪਸ਼ਟ ਕਰਦੇ ਆ, ਜਿਹੜੇ ਲੋਕ ਕਹਿੰਦੇ ਨੇ ਇਹਨੂੰ ਮਾਰ ਦੇਣਾ, ਇਹਨੂੰ ਕਰ ਦੇਣਾ, ਮੈਂ ਆਪਣੀ ਖਾ ਪੀ ਲਈ। ਮੈਂ ਆਪਣੀ ਜ਼ਿੰਦਗੀ ਬਹੁਤ ਵਧੀਆ ਬਸਰ ਕਰ ਲਈ। ਮੈਨੂੰ ਲੋਕਾਂ ਨੇ ਬਹੁਤ ਮਾਣ ਸਨਮਾਨ ਦਿੱਤਾ। ਜਿਹੜੇ ਲੋਕ ਇਸ ਗੱਲੋਂ ਡਰਦੇ ਨੇ ਉਹਨਾਂ ਨੂੰ ਸਮਝ ਲੈਣਾ ਚਾਹੀਦਾ, ਮੌਤ ਇੱਕ ਦਿਨ ਆਉਣੀ ਹੈ, ਰੋਜ਼ ਰੋਜ਼ ਨਹੀਂ ਮਰਨਾ ਚਾਹੀਦਾ। ਮੈਂ ਇਹੋ ਜਿਹੇ ਕੁੱਤੇ, ਸਰਕਾਰ ਦੇ ਖਰੀਦੇ ਹੋਏ ਕੁੱਤਿਆਂ ਤੋਂ ਮੈਂ ਬਿਲਕੁਲ ਨਹੀਂ ਡਰਦਾ। ਜਿਹਦਾ ਜੀ ਕਰਦਾ ਮੈਨੂੰ ਜਿੱਥੇ ਮਰਜੀ ਸ਼ਰੇ ਬਾਜ਼ਾਰ ਟੱਕਰ ਲੈ, ਮੈਂ ਰੋਜ਼ ਮੌਤ ਨਹੀਂ ਛੇੜਨੀ। ਮੈਂ ਡਰਦਾ ਤਾਂ ਮੇਰੇ ਆ ਜਿਹੜੇ ਲੋਕ ਬੈਠੇ ਨੇ ਇਹਨਾਂ ਤੋਂ ਡਰਦਾ, ਮੈਂ ਕਿਸੇ ਤੇ ਨਹੀਂ ਡਰਦਾ ਜਾਂ ਅਕਾਲ ਪੁਰਖ ਤੋਂ ਡਰਦਾ। ਭਰਾਵੋ, ਆ ਜਿਹੜੇ ਲੋਕ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਲਾਤੀ, ਚਲੋ ਅਲੱਗ-ਅਲੱਗ ਜਥੇਬੰਦੀਆਂ ਨਾਲ ਹੀ ਸਹੀ, ਕਿਸੇ ਨੇ ਆਪਣੀ ਜ਼ਿੰਦਗੀ ਦੇ 40 ਸਾਲ ਲਾਤੇ, ਕਿਸੇ ਨੇ 30 ਸਾਲ ਲਾਤੇ। ਮੈਨੂੰ ਦੱਸਿਓ, ਜਿਹੜਾ ਬੰਦਾ 30 ਸਾਲ ਇੱਥੇ ਲਾਉਂਦਾ, ਜੇ 30 ਸਾਲ ਆਪਣੇ ਘਰ ਦੇ ਆਪਣੇ ਬੱਚਿਆਂ ਲਈ ਲਾਉਂਦਾ ਹੁੰਦਾ ਤਾਂ ਕਿੱਥੇ ਲੈ ਜਾਂਦਾ ਆਪਣੇ ਪਰਿਵਾਰ ਨੂੰ? ਅੱਜ ਉਹਨਾਂ ਨੂੰ ਇਹ ਕਹੋ ਵੀ ਇਹ ਬੇਈਮਾਨਾਂ ਨੇ। ਜਿਨ੍ਹਾਂ ਲੋਕਾਂ ਨੇ ਸਭ ਕੁਝ ਤੁਹਾਡੇ ਲਈ, ਕੋਈ ਖਾਮੀਆਂ ਬੰਦਿਆਂ 'ਚ ਹੁੰਦੀਆਂ ਨੇ, ਕੋਈ 100 ਕਲਾ 1.25 ਕਲਾ ਸੰਪੂਰਨ ਹਰ ਕੋਈ ਨਹੀਂ ਹੁੰਦਾ, 16 ਕਲਾ ਸੰਪੂਰਨ ਹੁੰਦਾ ਹਰ ਕੋਈ। ਨੁਕਸ ਹਰ ਬੰਦੇ 'ਚ ਹੁੰਦੇ ਨੇ, ਆਉਂਦੇ ਰਹਿੰਦੇ ਨੇ, ਜ਼ਿੰਦਗੀ 'ਚ ਦੂਰ ਹੁੰਦੇ ਰਹਿੰਦੇ ਨੇ। ਅਕਾਲ ਪੁਰਖ ਸਫਾਈ ਕਰਦਾ ਰਹਿੰਦਾ ਹੈ, ਪਰ ਉਹਨਾਂ ਨੇ ਤੁਹਾਡੀ ਸੇਵਾ ਲਈ ਸਮਾਂ ਤਾਂ ਲਾਇਆ ਨਾ। ਇੱਥੇ ਮੈਂ ਜੋ ਸਹੀ ਗੱਲ ਆ ਉਹ ਕਰਾਂਗਾ। ਅਜਮੇਰ ਸਿੰਘ ਲੱਖੋਵਾਲ ਨੇ 100 ਗਲਤੀਆਂ ਕੀਤੀਆਂ, ਪਰ ਉਹਨੇ ਜ਼ਿੰਦਗੀ ਦਾ ਵੱਡਾ ਹਿੱਸਾ ਇੱਧਰ ਵੀ ਲਾਇਆ ਮੇਰੇ ਨਾਲ। ਜਦ ਤੱਕ ਯੂਨੀਅਨ ਹੈ ਹੀ ਨਹੀਂ ਸੀ, ਜਦੋਂ ਮੈਂ ਤੇ ਅਜਮੇਰ ਸਿੰਘ ਲੱਖੋਵਾਲ ਤੁਰੇ ਸੀ, ਅਸੀਂ ਮੋਢੀਆਂ ਚੋਂ ਆ। ਉਹਦੇ ਕੋਲ ਇੱਕ ਮੋਟਰਸਾਈਕਲ ਸੀ, ਮੇਰੇ ਕੋਲ ਵੈਸਪਾ ਸਕੂਟਰ ਸੀ, ਅਸੀਂ ਦੋਏ ਇਕੱਠੇ ਹੁੰਦੇ ਸੀ। ਅਸੀਂ ਘਰ ਘਰ ਜਾ ਕੇ ਯੂਨਿਟ ਖੜੇ ਕੀਤੇ, ਜਥੇਬੰਦੀ ਖੜੀ ਕੀਤੀ ਹੈ, ਠੀਕ ਹੈ। ਅਖੀਰ ਜਾ ਕੇ ਉਹਨੇ ਗਲਤੀ ਕਰ ਲਈ, ਪਰ ਉਹਦੀ ਘਾਲਣਾ ਤਾਂ ਹੈ ਨਾ ਤੁਹਾਨੂੰ ਜਗਾਉਣ ਲਈ। ਇੱਥੇ ਉਹਨੂੰ ਹੋਏ ਕਰਤੀ। ਨਹੀਂ ਚੰਗਾ ਲੱਗਦਾ ਸੁਣ ਲਓ, ਨਾ ਅਮਲ ਕਰੋ। ਇਹ ਕੰਨ ਸੁਣੋ, ਇੱਧਰ ਕੱਢ ਦਿਓ। ਇੰਨਾ ਤਾਂ ਗੁਰੂ ਸਾਹਿਬ ਨੇ 2 ਕੰਨ ਦਿੱਤੇ ਆ। ਜੇ ਬੰਦਾ ਕੋਈ ਗਲਤੀ ਕਰਦਾ, ਉਹ ਇੱਕ ਕੰਨ ਇੱਥੇ ਸੁਣ ਕੇ ਦੂਜੇ ਤੇ ਕੱਢ ਦਿਓ। ਪਰ ਜਿਹੜਾ ਬੇਈਮਾਨ ਆ ਉਹਦੀ ਬਿਲਕੁਲ ਨਾ ਸੁਣੋ। ਜਿਹੜਾ ਇਹੋ ਜਿਹਾ ਘਟੀਆ ਕਰਮ ਕਰਦਾ, ਜਿਹੜਾ ਕੱਲ ਹੋਇਆ, ਦੀਪ ਸਿੱਧੂ ਵਰਗੇ, ਸਰਵਨ ਸਿੰਘ ਪੰਧੇਰ ਵਰਗੇ, ਜਿਨ੍ਹਾਂ ਦੀਆਂ ਅਸੀਂ ਮਿੰਨਤਾਂ ਕਰਕੇ ਥੱਕ ਗਏ, ਕੰਮ ਨਾ ਕਰੋ। ਅਸੀਂ ਹਾੜੇ ਕੱਢੇ, ਭਾਈਚਾਰੇ ਨੂੰ ਬਰਬਾਦ ਨਾ ਕਰੋ। ਇਹੋ ਜਿਹੇ ਲੋਕਾਂ ਨੂੰ ਬਿਲਕੁਲ ਮੂੰਹ ਨਾ ਲਾਓ। ਮੇਰੀ ਤੁਹਾਨੂੰ ਅਪੀਲ ਹੈ, ਪਿੱਛੇ ਵੀ ਸਾਰੇ ਪੰਜਾਬ ਵਿੱਚ ਦੱਸ ਦਿਓ ਵੀ ਦੇਸ਼ ਦੇ, ਪੰਜਾਬ ਦੇ ਲੋਕਾਂ ਦੇ ਸਭ ਤੋਂ ਵੱਡੇ ਗੱਦਾਰ ਆ ਪੰਨੂ ਔਰ ਪੰਧੇਰ ਨੇ, ਦੀਪ ਸਿੱਧੂ ਹੈ, ਜਿਹੜੇ ਸਮਾਜ ਵਿਰੋਧੀ ਅੰਸਰ ਹੈ, ਸਾਰੇ ਤੁਸੀਂ ਜਾਣਦੇ ਹੋ। ਜੇ ਇਹੋ ਜਿਹੇ ਲੋਕਾਂ ਨੂੰ ਸਿਰ ਚੜਾਈ ਜਾਓਗੇ ਤਾਂ ਤੁਹਾਨੂੰ ਗੁੰਮਰਾਹ ਕਰਨਗੇ ਹੀ ਨਾ, ਔਰ ਤੁਹਾਡੀ ਦੁਰਵਰਤੋਂ ਕਰਕੇ ਆਪਣਾ ਵਪਾਰ ਚਲਾਉਂਦੇ ਰਹਿਣਗੇ ਨਾ। ਤਾਂ ਇਸ ਲਈ ਮੇਰੀ ਤੁਹਾਨੂੰ ਸਾਰਿਆਂ ਨੂੰ ਭਰਾਵੋ ਬੇਨਤੀ ਹੈ, ਜਿਹੜੇ
ਇਸ ਵੇਲੇ ਨਿਰਾਸ਼ਤਾ ਬਸ ਪਿੱਛੇ ਮੁੜਨਾ ਚਾਹੁੰਦੇ ਨੇ। ਸਿੰਘ ਕਦੇ ਪਿੱਛੇ ਨਹੀਂ ਮੁੜਦੇ ਹੁੰਦੇ। ਸੰਘਰਸ਼ ਲਈ ਇੱਕ ਨਿਸ਼ਾਨਾ ਮਿੱਥ ਕੇ ਆਏ ਹੋਏ ਆ। ਸਰਕਾਰ ਨਾਲ ਲੜਾਈ ਜਾਰੀ ਹੈ। ਆਉਂਦੇ ਨੇ, ਪੈਸੇ ਇਕੱਠੇ ਕਰੀ ਜਾਂਦੇ ਨੇ। ਆਪਣਾ ਘਰ ਸੰਭਾਲ ਲਓ, ਆਪਾਂ ਇਕੱਠੇ ਹੋ ਕੇ ਲੜੀਏ, ਸਫਲਤਾ ਹਾਸਲ ਕਰੀਏ, ਜਿੱਤਾਂਗੇ ਜਿੱਤਾਂਗੇ ਜਿੱਤਾਂਗੇ, ਕੋਈ ਤਾਕਤ ਹਰਾ ਨਹੀਂ ਸਕਦੀ। ਅਖੀਰ ਚ ਫੇਰ ਉਹ ਬੇਨਤੀ, ਸ਼ਾਂਤਮਈ ਰਹਾਂਗੇ, ਅਸੀਂ ਜਿੱਤਾਂਗੇ, ਹਿੰਸਕ ਹੋਵਾਂਗੇ, ਮੋਦੀ ਜਿੱਤੇਗਾ, ਮੋਦੀ ਨੂੰ ਅਸੀਂ ਕਿਸੇ ਕੀਮਤ ਤੇ ਜਿੱਤਣ ਨਹੀਂ ਦੇਣਾ। ਇੰਨਾ ਕਹਿੰਦਾ ਕਿ ਮੈਂ ਚਾਹੁੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।